ਵੱਡੇ ਘਟਨਾਕ੍ਰਮ ਦਾ ਕੀ ਇੰਤਜ਼ਾਰ ਕਰ ਰਹੇ ਹੋ? अगर पंजाब पुलिस का SP वर्दी पाई वाला सुरक्षित नहीं है तो फिर कोई व्यक्ति पंजाब दे विच सुरक्षित नहीं है। अज का ये माहौल है, जे पुलिस स्टेशन वड़ सकते इन्ने लोग तो किसी के घरे भी वड़ सकते लोग, ते जे पुलिस वाले ते मारन नाल कोई कार्रवाई नहीं की गई तो आम बंदे ते की कार्रवाई करनी है? लोगों ਨੂੰ ਸਿੱਖੀ ਦਾ ਪ੍ਰਚਾਰ ਕਰਨ, ਧਰਮ ਦਾ ਪ੍ਰਚਾਰ ਕਰਨ, ਇਸ ਵਾਸਤੇ ਤੋਰਨ ਲੋਕਾਂ ਨੂੰ ਅੰਮ੍ਰਿਤ ਛਕਾਉਣ। ਮੈਂ ਅੰਮ੍ਰਿਤਪਾਲ ਜੀ ਦੀ ਸ਼ਲਾਘਾ ਕਰੂੰਗਾ, ਪਰ ਜਿਹੜਾ ਕੰਮ ਆ ਕਿੱਤਾ ਫੜ ਲਿਆ ਡਰਾਉਣ ਦਾ, ਧਮਕਾਉਣ ਦਾ ਵੀ ਫਿਰ ਮੈਂ ਆਉਣਾ ਹੈ, ਫਿਰ ਤੁਸੀਂ ਇਹਦੇ ਇਲਜ਼ਾਮ ਤੇ ਸਿੱਟੇ ਹੋਰ ਦੇਖੋਗੇ, ਇਹ ਬੜਾ ਕੰਮ ਹੈ। ਇਹ ਇੱਕ ਧਰਮ ਪ੍ਰਚਾਰਕ ਦਾ ਤਾਂ ਕੰਮ ਹੀ ਨਹੀਂ ਹੈ। ਬਿਲਕੁਲ ਇੱਕ ਚਿੱਠੀ पंजाब कांग्रेस के प्रधान अमरिंदर सिंह राजा वड़िंग वालों लिखी गई DGP पंजाब नूं कि आखिरकार चल की रहा है। लॉ एंड ऑर्डर से सवाल चुके गए, पर नाल दे नाल जो कुछ अमरितपाल होरी कर रहे ने बाहर ते जिस तरीके नाल अजनाला जो कुछ होया, 6 दिन हो गए हले तक कोई पुलिस की कार्रवाई नहीं हुई। DGP ने जरूर प्रैस कॉन्फ्रेंस की सीगी, ये कहा सी कि एक्शन लिता जाऊगा, पर फिलहाल हले तक धरातल ते कोई एक्शन नहीं दिख रहा, जिस तो बाद शायद तां ही चिट्ठी लिखी गई। राजा वड़िंग जी साडे नाल ने। सर, सब तो पहला जिस तरीके नाल चिट्ठी लिखी गई है, चिट्ठी च 2-3 चीज़ां तुसीं अहम लिखियां ने। सब तो पहला कि पुलिस का मोराल जिहड़ा है वो बहुत डाउन हो रहा है। तुसीं तारीफ बहुत की कि बॉर्डर स्टेट है, फिर भी पुलिस अपना पूरे तरीके नाल काम करती रही है, लॉ एंड ऑर्डर जिहड़ा है वो पूरे तरीके नाल ठीक करने की कोशिश करती रही है, पर शायद हत्थ खिंचे गए ने, या की कारण लगता है तुहानूं चिट्ठी लिखण दी कारण की लग्गिया? देखो, मैनू 2 दिन पहला मेरी किसी कोई दोस्त मेरा SP है उहदे नाल गल हुई सी, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੋਰਾਲ ਬਹੁਤ ਜਿਹੜਾ ਪੁਲਿਸ ਦਾ ਡਾਊਨ ਹੋ ਗਿਆ। ਤਾਂ ਉਹਨਾਂ ਨੇ ਮੈਨੂੰ ਇੱਕ ਘਟਨਾਕ੍ਰਮ ਦਾ ਵੇਰਵਾ ਦਿੰਦੇ ਹੋਏ ਗੱਲ ਸੁਣਾਈ। ਕਹਿੰਦਾ ਇੱਕ SHO ਸਾਹਿਬ ਬੈਠੇ ਸੀ ਸਾਡੇ, ਤੇ ਮੈਂ ਉੱਥੇ ਇੰਚਾਰਜ ਲਾਤਾ, ਪ੍ਰਦਰਸ਼ਨ ਤੇ ਅੰਦੋਲਨਕਾਰੀ ਉੱਥੇ ਬੈਠੇ ਸਨ, ਤੇ ਕਹਿੰਦਾ ਮੈਂ ਅੱਗੇ ਹੋ ਕੇ ਕਿਸੇ ਗੱਲ ਵਾਸਤੇ ਉਹਨਾਂ ਨੂੰ ਰੋਕਣ ਜਾ ਰਿਹਾ ਸੀ, ਤੇ ਮੈਨੂੰ SHO ਸਾਹਿਬ ਕਹਿੰਦੇ ਜਨਾਬ ਇੱਥੇ ਆ ਜਾਓ ਜੀ, ਕੀ ਲੋੜ ਹੈ? ਉਹ ਮੈਂ ਕਿਹਾ ਯਾਰ ਉਹ ਕੋਈ ਹਾਦਸਾ ਨਾ ਹੋ ਜਾਏ। ਉਹ ਕਹਿੰਦਾ ਨਹੀਂ ਬਹਿ ਜਾਓ ਜੀ ਇੱਥੇ। ਕਹਿੰਦਾ ਕੀ ਹੋਊਗਾ, ਵੱਧ ਤੋਂ ਵੱਧ ਟਰਾਂਸਫਰ ਹੋ ਜੂਗੀ, ਲੇਕਿਨ ਕਹਿੰਦੇ ਉੱਥੇ ਗਏ ਨਾਲੇ ਹੋ ਸਕਦਾ ਉਹ ਆਪਣੇ ਗੱਲ ਪੈ ਜਾਣ ਤੇ ਨਾਲੇ ਆਪਣੇ ਦੇ ਹੀ ਸਸਪੈਂਸ਼ਨ ਆਰਡਰ ਆ ਜਾਣ। ਸੋ ਜਿਹੜਾ ਪੁਲਿਸ ਮੋਰਾਲ ਹੈ ਉਹ ਬਹੁਤ ਜ਼ਿਆਦਾ ਡਾਊਨ ਹੋ ਚੁੱਕਿਆ ਹੈ। ਮੈਂ ਸਮਝਦਾ ਕਿ ਪੁਲਿਸ की पब्लिक मोराल बहुत डाउन है। ਆ ਜਿਹੜੀ ਮੇਰੀ ਚਿੱਠੀ ਲਿਖਣੀ ਔਰ ਕੱਲ ਪਰਸੋਂ ਦੀ ਜਿਹੜੀ ਮੈਂ ਸਟੇਟਮੈਂਟ ਦਿੱਤੀ ਹੈ, ਇਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਹੈ। ਜਿਹੜੇ ਲੋਕ ਇਹ ਮਹਿਸੂਸ ਕਰਦੇ ਹੈ ਵਿਚਾਰੇ ਦੱਬੀ ਆਵਾਜ਼ ਦੇ ਵਿੱਚ ਕੋਈ ਬੰਦਾ ਆਵਾਜ਼ ਚੁੱਕੇ ਸਾਡੀ, ਕੋਈ ਬੋਲੇ ਕਿ ਪੰਜਾਬ ਇਸੇ ਤਰ੍ਹਾਂ ਹਾਲਾਤ ਵਿਗੜਦੇ ਜਾਣਗੇ। ਲੋਕ ਹੁਣ ਇੰਡਸਟਰੀਅਲਿਸਟ ਹੈ, ਚਾਹੇ ਕਾਰੋਬਾਰੀ ਹੈ, ਚਾਹੇ ਕੋਈ ਹੋਰ ਧੰਦਾ ਕਰਦਾ, ਉਹ ਇਸ ਗੱਲ ਤੇ ਮਜਬੂਰ ਹੋ ਗਏ ਵੀ ਸਿਕਿਉਰਿਟੀ ਕੀ ਹੈ ਪੰਜਾਬ ਦੇ ਵਿੱਚ ਸਾਡੀ। ਜੇ ਸਾਡੀ ਲਾਈਫ ਸਿਕਿਉਰਿਟੀ ਨਹੀਂ ਹੈ ਤਾਂ ਫਿਰ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕੀ ਕਰਨਾ? ਕਿਉਂਕਿ ਇਹ ਘਟਨਾਕ੍ਰਮ ਤਾਂ ਪਹਿਲਾਂ ਹੀ ਲੋਕਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਗਈ, ਕਿਸੇ ਨੂੰ ਫੋਨ ਆ ਗਿਆ ਚੱਕ ਲਓ, ਫਰੌਤੀ ਦੇ ਦਿਓ, ਔਰ ਪੁਲਿਸ ਵਾਲਾ ਜਿਹੜਾ ਸਿਕਿਉਰਿਟੀ ਕਰ ਰਿਹਾ ਸੀ ਉਹਨੂੰ ਮਾਰ ਕੇ ਚਲੇ ਗਏ। ਇਹ ਸਭ ਘਟਨਾਕ੍ਰਮ ਤਾਂ ਚੱਲ ਹੀ ਰਿਹਾ ਸੀ। ਆ ਇੱਕ ਜਿਹੜੀ ਨਵੀਂ ਘਟਨਾ ਵਾਪਰੀ ਅਜਨਾਲਾ ਕੇਸ, ਜਿਹਦੇ ਵਿੱਚ ਪੁਲਿਸ ਸਟੇਸ਼ਨ ਤੇ ਕਬਜ਼ਾ ਕਰ ਲਿਆ, ਇਹ ਬਹੁਤ ਚਰਚਾ ਦਾ ਵਿਸ਼ਾ ਹੈ ਦੇਸ਼ ਭਰ 'ਚ। ਮੈਂ ਤਮਿਲਨਾਡੂ ਉੱਥੇ रायपुर सीगा सैशन चो रहा है, तमिलनाडु के केरला के लोग पूछ रहे सी व्हाट हैपन, क्या हो गया पंजाब में। सो और अज तक जे SP का सिर पाटता, यानी कि सिर दे विच 60 बची, 21 टंके आ उस SP दे। अगर पंजाब पुलिस का SP वर्दी पाई वाला सुरक्षित नहीं है तो फिर कोई व्यक्ति पंजाब दे विच सुरक्षित नहीं है। असी लोग भी आदि जान तली ते धर के हमेशा लड़ाई लड़ते हैं। ਅੱਜ ਦਾ ਇਹ ਮਾਹੌਲ ਹੈ, ਜੇ ਪੁਲਿਸ ਸਟੇਸ਼ਨ ਵੜ ਸਕਦੇ ਇੰਨੇ ਲੋਕ ਤੇ ਕਿਸੇ ਦੇ ਘਰੇ ਵੀ ਵੜ ਸਕਦੇ ਲੋਕ, ਤੇ ਜੇ ਪੁਲਿਸ ਵਾਲਿਆਂ ਤੇ ਮਾਰਨ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਆਮ ਬੰਦੇ ਤੇ ਕੀ ਕਾਰਵਾਈ ਕਰਨੀ ਹੈ? ਪੁਲਿਸ ਡਾਂਗਾ ਖਾ ਰਹੀ ਸੀ ਉਸ ਟਾਈਮ। ਅਸੀਂ ਕਈ ਇਮੋਸ਼ਨਲ ਵੀਡੀਓਜ਼ ਦੇਖੀਆਂ, ਪੁਲਿਸ ਵਾਲੇ ਕਹਿ ਰਹੇ ਨੇ ਕਿ ਪਾਲਕੀ ਸਾਹਿਬ ਆ ਰਹੇ ਸੀ, ਹੱਥ ਜੋੜ ਕੇ ਖੜੇ ਸੀ, ਅਸੀਂ ਕੁਝ ਨਹੀਂ ਕੀਤਾ, ਸਿਰਫ ਇੱਜ਼ਤ 'ਚ ਸਨਮਾਨ 'ਚ। ਤੇ ਸਾਡੇ ਨਾਲ ਇਹ ਕੁਝ ਹੋਇਆ। ਉਸ ਤੋਂ ਬਾਅਦ ਜਿਹੜੇ ਟਰਾਂਸਫਰਸ ਕੀਤੀਆਂ ਗਈਆਂ ਨੇ ਕਮਿਸ਼ਨਰਸ ਦੀਆਂ, IPSs ਦੀਆਂ, ਉਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਦੇਖੋ ਐਗਰੀ
ਪੁਲਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਰ ਵਿਅਕਤੀ ਨੂੰ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਨੇ ਕੋਈ ਗਲਤੀ ਤੇ ਗੁੱਸਾ ਕੋਈ ਗਲਤੀ ਨਹੀਂ ਕੀਤੀ, ਹੋ ਗਿਆ ਉਹ ਹਾਦਸਾ, ਚੱਲ ਗਿਆ। ਅਸੀਂ ਮੰਨ ਲਿਆ ਕਿ ਪੁਲਿਸ ਨੇ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਇਹ ਸਾਰਾ ਕੁਝ ਸਹਿ ਲਿਆ, ਲੇਕਿਨ ਤੁਹਾਨੂੰ ਕਿਹਨੇ ਰੋਕਿਆ ਕਾਰਵਾਈ ਕਰਨ ਤੋਂ? ਹੁਣ ਤੁਸੀਂ FIR ਤਾਂ ਮੁਕੱਦਮਾ ਤਾਂ ਦਰਜ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਤੁਸੀਂ FIR ਹੀ ਨਹੀਂ ਦਰਜ ਕਰ ਰਹੇ, ਤੁਸੀਂ ਕਹਿ ਰਹੇ ਅਸੀਂ ਵੀਡੀਓ ਦੇਖ ਰਹੇ ਹਾਂ। ਇਹਦੇ ਚ ਕਮਜ਼ੋਰੀ ਨਜ਼ਰ ਆ ਰਹੀ ਹੈ ਯਾਰ, ਇਸ ਪੁਲਿਸ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ ਕਿ ਉਹ ਹਜੇ ਵੀਡੀਓਗ੍ਰਾਫੀ ਦੇਖ ਰਹੀ ਹੈ। ਤੁਸੀਂ ਟ੍ਰਾਂਸਫਰਸ ਜਿਹਨੀਆਂ ਮਰਜ਼ੀ ਕਰੀ ਜਾਓ, ਜਿਹਨੂੰ ਮਰਜ਼ੀ ਲਾ ਦਿਓ, ਜਿਹਨੂੰ ਮਰਜ਼ੀ ਲਾ। ਜਿਹੜਾ ਨਾਨ ਪਰਫਾਰਮਰ ਵਿਅਕਤੀ ਹੈ, ਜਿਹੜਾ ਪਰਫਾਰਮਰ ਵਿਅਕਤੀ ਵੀ ਹੋਏਗਾ, ਅਗਰ ਉਹਦੀ ਪਿੱਠ ਤੇ ਮਗਰ DGP ਆਫਿਸ ਜਾਂ ਸਰਕਾਰ ਨਹੀਂ ਖੜੇਗੀ, ਉਹ ਚੱਲੇਗਾ ਕਿੱਦਾਂ? ਸੋ ਜਿੰਨੀਆਂ ਮਰਜ਼ੀ ਟ੍ਰਾਂਸਫਰਸ ਕਰ ਲਓ, ਡਜ਼ਨਟ ਮੇਕ ਐਨੀ ਡਿਫਰੈਂਸ ਟੂ ਅਸ ਜਾਂ ਪੰਜਾਬ ਦੇ ਲੋਕਾਂ ਨੂੰ। ਮੇਰੀ ਦੁਬਾਰਾ ਫਿਰ ਬੇਨਤੀ ਹੈ, ਪੁਲਿਸ ਦਾ ਅਗਰ ਮੋਰਾਲ ਗਿਰ ਗਿਆ ਜਿਸ ਤਰ੍ਹਾਂ ਡਿੱਗਿਆ ਹੋਇਆ ਹੈ, ਤੇ ਪੰਜਾਬੀ ਨਿਰਾਸ਼ ਹੋ ਜਾਣਗੇ ਔਰ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਜਾਣਗੇ। ਮੈਂ ਪਹਿਲਾਂ ਵੀ ਚਿੱਠੀ ਲਿਖੀ ਸੀ, ਲੋਕਾਂ ਨੇ ਉਹਨੂੰ ਮਜ਼ਾਕ ਚ ਲਿਆ ਕਿ ਐਵੇਂ ਰਾਜਾ ਵੜਿੰਗ ਤਾਂ ਚਿੱਠੀ ਲਿਖ ਰਿਹਾ ਹੈ। ਮੇਰੀ ਕਈਆਂ ਨੇ ਮਜ਼ਾਕ ਉਡਾਇਆ ਕਿ ਐਵੇਂ, ਨਾ ਹੀ ਕੋਈ ਜਵਾਬ ਦਿੱਤਾ, ਨਾ ਹੀ ਕੋਈ ਕੌਗਨੀਜੈਂਸ ਲਿਆ। ਅੱਜ ਫੇਰ ਚਿੱਠੀ ਲਿਖੀ ਹੈ। ਵੱਡੇ ਘਟਨਾਕ੍ਰਮ ਦਾ ਕੀ ਇੰਤਜ਼ਾਰ ਕਰ ਰਹੇ ਹੋ? ਪਰ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਹੁਣੀ ਘੁੰਮ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਆਪ ਨੂੰ ਸਿਟੀਜ਼ਨ ਨਹੀਂ ਮੰਨਦੇ ਇੰਡੀਆ ਦਾ, ਤੇ ਹੋਰ ਵੱਡੀਆਂ ਗੱਲਾਂ ਕਰ ਰਹੇ ਨੇ। ਕੀ ਲੱਗਦਾ ਲਾਅ ਐਂਡ ਆਰਡਰ ਸਿਚੁਏਸ਼ਨ ਉੱਥੇ ਖਰਾਬ ਨਹੀਂ ਹੋਏਗੀ? ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਫਿਰ ਉਸ ਵੇਲੇ ਉਸ ਸਾਰੇ ਚੀਜ਼ਾਂ ਤੇ? ਦੇਖੋ, ਮੈਂ ਕੱਲ ਵੀ ਕਿਹਾ ਸੀਗਾ, ਅੱਜ ਵੀ ਕਹਿੰਦੇ, ਮੈਨੂੰ ਕਿਸੇ ਦੇ ਘੁੰਮਣ ਤੇ ਕੋਈ ਇਤਰਾਜ਼ ਨਹੀਂ। ਅੰਮ੍ਰਿਤਪਾਲ ਜੀ ਚੰਗੇ ਕੰਮ ਕਰਕੇ ਆਪਦਾ ਪੂਰਾ ਨਾਂ ਪ੍ਰਚਾਰ ਪ੍ਰਸਾਰ ਕਰ ਸਕਦੇ ਹੈ, ਪਬਲਿਕ ਉਹਨਾਂ ਦੇ ਪਿੱਛੇ ਲੱਗ ਸਕਦੀ ਹੈ। ਗੁਰੂ ਦਾ ਨਾਮ ਲੈਣ ਜੋ ਲੈ ਰਹੇ, ਗੁਰੂ ਦੇ ਬਾਰੇ ਚਾਨਣ ਪਾਉਣ, ਗੁਰਮਤ ਕਰਨ, ਸਤਸੰਗ ਕਰਨ, ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ, ਧਰਮ ਦਾ ਪ੍ਰਚਾਰ ਕਰਨ, ਇਸ ਵਾਸਤੇ ਤੋਰਨ ਲੋਕਾਂ ਨੂੰ ਅੰਮ੍ਰਿਤ ਛਕਾਉਣ। ਮੈਂ ਅੰਮ੍ਰਿਤਪਾਲ ਜੀ ਦੀ ਸ਼ਲਾਘਾ ਕਰੂੰਗਾ, ਪਰ ਜਿਹੜਾ ਕੰਮ ਆ ਕਿੱਤਾ ਫੜ ਲਿਆ ਡਰਾਉਣ ਦਾ, ਧਮਕਾਉਣ ਦਾ, ਵੀ ਫਿਰ ਮੈਂ ਆਉਣਾ ਹੈ, ਫਿਰ ਤੁਸੀਂ ਇਹਦੇ ਇਲਜ਼ਾਮ ਤੇ ਸਿੱਟੇ ਹੋਰ ਦੇਖੋਗੇ, ਇਹ ਮਾੜਾ ਕੰਮ ਹੈ। ਇਹ ਇੱਕ ਧਰਮ ਪ੍ਰਚਾਰਕ ਦਾ ਤਾਂ ਕੰਮ ਹੀ ਨਹੀਂ ਹੈ। ਫਿਰ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ। ਇਸੇ ਕਰਕੇ ਸਾਡੇ ਧਰਮ ਦਾ ਪ੍ਰਚਾਰ ਜਿਹੜਾ ਘਟਿਆ, ਕਿਉਂਕਿ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਜੋ ਰਾਜਾ ਵੜਿੰਗ ਕਹਿ ਰਿਹਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਇਹਨਾਂ ਨੇ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਉੱਥੇ ਪਾਲਕੀ ਸਾਹਿਬ ਲੈ ਕੇ ਜਾ ਕੇ ਅਸੀਂ ਫੈਸਲਾ ਲਿਆ ਸੀ ਔਰ ਕਿਹਾ ਸੀ ਕਿ ਜਿੱਥੇ ਇਸ ਤਰ੍ਹਾਂ ਦਾ ਕੋਈ ਲੜੋ ਲੜਾਈ ਦਾ ਮਾਹੌਲ ਹੋਵੇ, ਤਲਖੀ ਹੋਵੇ, ਥਾਂ ਦੇ ਰੌਲੇ ਹੋਣ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਾਂ ਉੱਥੇ ਲੈ ਕੇ ਨਾ ਜਾਇਆ ਜਾਵੇ। ਤੁਸੀਂ ਵੀ ਆਪਦਾ ਸਟੈਂਡ ਕਲੀਅਰ ਕਰੋ। ਔਰ ਬਿਲਕੁਲ ਜੋ ਉਸ ਵਿਅਕਤੀ ਨੇ ਵੀ ਕਾਨੂੰਨ ਆਪਦੇ ਹੱਥ ਵਿੱਚ ਲਿਆ ਹੈ, ਤੁਰੇ ਫਿਰਦੇ ਰਹਿਣ, ਵਹੀਰ ਆਪਦੀ ਲਈ ਫਿਰਨ। ਅੰਮ੍ਰਿਤਪਾਲ ਜੀ ਮੈਂ ਕਿਦੋਂ ਰੋਕ ਰਿਹਾ? ਕੋਈ ਚੰਗਾ ਕੰਮ ਕਰਨਗੇ ਤਾਂ ਮੈਂ ਸ਼ਲਾਘਾ ਕਰੂੰਗਾ, ਪਰ ਇਸ ਤਰ੍ਹਾਂ ਕਹਿਣਾ ਕਿ ਮੈਂ ਨਾਗਰਿਕ ਨਹੀਂ ਹੈ, ਫਿਰ ਨਾਗਰਿਕ ਹੀ ਨਹੀਂ ਹੈ ਤਾਂ ਇੱਥੇ ਕੰਮ ਕੀ ਹੈ? ਜਿੱਥੋਂ ਦਾ ਨਾਗਰਿਕ ਉੱਥੇ ਛੱਡਿਆ ਹੋਣਾ ਚਾਹੀਦਾ। ਤੁਸੀਂ ਹਿੰਦੁਸਤਾਨ ਦੀ ਰੋਟੀ ਖਾਓ, ਹਿੰਦੁਸਤਾਨ ਦੀ ਸਰਜ਼ਮੀਨ ਤੇ ਰਹੋ, ਤੇ ਤੁਸੀਂ ਹਿੰਦੁਸਤਾਨ 'ਚ ਰਹਿ ਕੇ ਤੁਸੀਂ ਇਹ ਕਹੋਗੇ ਮੈਂ ਇੱਥੋਂ ਦਾ ਨਾਗਰਿਕ ਨਹੀਂ ਹੈ। ਜਿੱਥੋਂ ਦੇ ਨਾਗਰਿਕ ਹੈ ਅੰਮ੍ਰਿਤਪਾਲ ਜੀ, ਫਿਰ ਉੱਥੇ ਚਲੇ ਜਾਓ। ਤੁਸੀਂ ਕਿਉਂ ਸਾਡਾ ਹੱਸਦਾ ਵਸਦਾ ਪੰਜਾਬ ਉਜਾੜਨ ਲੱਗੇ ਹੋ? ਕਿਉਂ ਆਪਦੀ ਫੋਕੀ ਵਾਹਵਾ ਦੇ ਪਿੱਛੇ? ਬੜੀ ਸਾਲ ਅਸੀਂ 40 ਸਾਲ ਪਹਿਲਾਂ ਸੰਤਾਪ ਭੋਗਿਆ ਹੈ, ਹਜੇ ਵੀ ਪੰਜਾਬ ਮੈਨੂੰ ਲੱਗਦਾ ਦੁਬਾਰੇ ਮੁੜ ਉੱਥੇ ਨਹੀਂ ਪਹੁੰਚ ਪਾਇਆ। ਅਸੀਂ ਪਿੱਛੇ ਚਲੇ ਜਾਵਾਂਗੇ। ਰੱਬ ਦੇ ਵਾਸਤੇ ਕੰਮ ਨਾ ਕਰੋ। ਮੈਂ ਕੋਈ ਧਮਕੀ ਨਹੀਂ ਦੇ ਰਿਹਾ ਤੁਹਾਨੂੰ, ਮੈਂ ਸਲਾਹ ਦੇ ਰਿਹਾ, ਬੇਨਤੀ ਹੈ। ਵੜਿੰਗ ਸਾਹਿਬ, ਇੱਕ ਸਵਾਲ ਇਹ ਵੀ ਆ ਰਿਹਾ ਹੈ, ਜਿਸ ਤਰੀਕੇ ਨਾਲ ਜੋ ਸ਼ਰਾਬ ਪਾਲਿਸੀ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਰਿਜ਼ਾਈਨ ਦੇ ਦਿੱਤਾ, ਸਤਿੰਦਰ ਜੈਨ ਨੇ ਰਿਜ਼ਾਈਨ ਦੇ ਦਿੱਤਾ, ਸਵਾਲ ਇਹ ਚੁੱਕੇ ਜਾ ਰਹੇ ਨੇ, ਕਈ ਪੋਲੀਟੀਸ਼ੀਅਨਸ ਪੰਜਾਬ ਦੇ ਚੁੱਕ ਰਹੇ ਨੇ, ਖਾਸ ਕਰ ਤੁਹਾਡੀ ਪਾਰਟੀ ਦੇ, ਕਿ CBI ਦੀ ਜਾਂਚ ਇੱਥੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਪਾਲਿਸੀ ਇੱਥੇ ਵੀ ਲਿਆਈ ਗਈ ਸੀਗੀ। ਚਲੋ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਯਾਰ ਜਿੱਥੇ ਵੀ ਕੋਈ ਨਾ ਕੋਈ ਗਲਤੀ ਹੋਈ ਹੈ, ਚਾਹੇ ਉਹ ਦਿੱਲੀ ਹੋਈ ਹੈ ਚਾਹੇ ਪੰਜਾਬ ਹੋਈ ਹੈ, ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ CBI ਕਰੇ, ਇੱਥੇ ਵੀ ਤਾਂ ਬਹੁਤ ਸਾਰੀਆਂ ਏਜੰਸੀਆਂ ਹੈਗੀਆਂ ਜਿਹੜੀਆਂ ਕਾਰਵਾਈ ਕਰ ਸਕਦੀਆਂ ਹਨ। ਲੇਕਿਨ ਅੱਜ ਕੱਲ ਜਿਹੜਾ ਰਿਵਾਜ ਚੱਲ ਪਿਆ ਉਹ ਇਹ ਚੱਲ ਪਿਆ ਕਿ ਏਜੰਸੀਜ਼ ਦਾ ਇਸਤੇਮਾਲ ਕਰੋ। ਕੇਂਦਰ ਸਰਕਾਰ ਵੀ ਏਜੰਸੀਜ਼ ਦਾ ਇਸਤੇਮਾਲ ਕਰ ਰਹੀ ਹੈ, ਪੰਜਾਬ ਸਰਕਾਰ ਵੀ ਇਸਤੇਮਾਲ ਕਰ ਰਹੀ ਹੈ। ਦੋਨੋਂ ਜਾਣੇ ਹੁਣ ਤੁਸੀਂ ਕਿਵੇਂ ਜਸਟੀਫਾਈਡ ਕਰੋਗੇ? ਕਿਵੇਂ ਜਸਟੀਫਾਈ ਕਰੋਗੇ? ਇੱਥੇ ਥੋੜੀ ਏਜੰਸੀ ਠੀਕ ਕੰਮ ਕਰ ਰਹੀ ਹੈ, ਉੱਥੇ ਕੋਈ ਏਜੰਸੀ ਕੰਮ ਕਰ ਰਹੀ ਹੈ ਤਾਂ ਉਹ ਗਲਤ ਕਰ ਰਹੀ ਹੈ। ਪੰਜਾਬ ਦੀ ਏਜੰਸੀ ਕੋਈ ਕੰਮ ਕਰੂਗੀ ਤਾਂ ਫਿਰ ਆਪੋਜੀਟ ਸਵਾਲ ਇਹ ਚੁੱਕੂਗਾ ਨਾ ਕਿ ਉਹ ਤਾਂ ਫੇਵਰ ਕਰਨਗੇ, ਫਿਰ ਉਹੀ ਹੋਏਗਾ। ਮੈਂ ਤਾਂ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਜਸਟੀਫਾਈ ਕਿਵੇਂ ਕਰਦੇ ਹੋ? ਆਮ ਆਦਮੀ ਪਾਰਟੀ ਜਸਟੀਫਿਕੇਸ਼ਨ ਨਹੀਂ ਦੇ ਸਕਦੀ। ਪੰਜਾਬ 'ਚ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜੀ ਕਾਰਵਾਈ ਕਰਦੇ ਹਾਂ ਉਹ ਬਿਲਕੁਲ ਜਾਇਜ਼ ਕਰਦੇ ਹਾਂ। ਪੰਜਾਬ 'ਚ ਇਹ ਕਹਿੰਦੇ ਹੋ। ਜੇ ਦਿੱਲੀ ਦੀ ਏਜੰਸੀ ਤੁਹਾਨੂੰ ਕੋਈ ਕੰਮ ਕਰ ਰਹੀ ਹੈ ਤਾਂ ਤੁਸੀਂ ਕਹਿੰਦੇ ਧੱਕਾ ਕਰ ਰਹੀ ਹੈ, ਵੈਂਡੇਟਾ ਪੋਲਿਟਿਕਸ। ਦੋ ਮਾਪਦੰਡ ਨਹੀਂ ਚੱਲਣਗੇ। ਕਿਰਪਾ ਕਰਕੇ
ਇਹ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਹਰ ਵਿਅਕਤੀ ਨੂੰ ਆਪਦੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ। ਜੀਓ ਔਰ ਜੀਣੇ ਦੋ ਦਾ ਹੱਕ ਹੈ। ਕਿਰਪਾ ਕਰਕੇ ਆਪਦੇ ਨਿੱਜੀ ਸਵਾਰਥਾਂ ਦੇ ਵਾਸਤੇ ਏਜੰਸੀਜ਼ ਦਾ ਇਸਤੇਮਾਲ ਕਰਨਾ ਬੰਦ ਕਰਨਾ ਚਾਹੀਦਾ ਹੈ। ਧੰਨਵਾਦ। ਸਾਡੇ ਨਾਲ ਗੱਲ ਕਰਨ ਤਾਂ ਇਹ ਸੀਗੇ ਅੰਮ੍ਰਿਤ ਸਿੰਘ ਰਾਜਾ ਵੜਿੰਗ, ਜਿਹੜੇ ਨੇ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਹੈ ਤੇ ਆਪਣੀ ਰਾਏ ਰੱਖੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ 'ਚ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ, ਜੋ ਅੰਮ੍ਰਿਤਪਾਲ ਨੂੰ ਲੈ ਕੇ ਗੱਲਾਂ ਕਹੀਆਂ ਨੇ, ਉਹ ਸਾਰੀਆਂ ਕਿਤੇ ਨਾ ਕਿਤੇ ਮੰਗ ਆਹੀ ਕਰ ਰਹੇ ਨੇ ਕਿ ਜੇ ਧਰਮ ਦਾ ਪ੍ਰਚਾਰ ਹੋਏਗਾ ਤਾਂ ਵਧੀਆ ਗੱਲ ਹੈ, ਅਸੀਂ ਨਾਲ ਸ਼ਲਾਘਾ ਕਰਾਂਗੇ, ਪਰ ਜੇ ਆਪਣੇ ਆਪ ਨੂੰ ਹਿੰਦੁਸਤਾਨੀ ਨਹੀਂ ਕਹਿਣਾ ਤਾਂ ਫਿਰ ਇਹ ਸਿੱਧੇ ਤਰੀਕੇ ਨਾਲ ਨਹੀਂ ਚੱਲ ਸਕੂਗਾ।